ਅੱਜ ਬੇਟੇ ਜਿਹੜਾ ਹੁਣ ਆਪਾਂ ਕੁਐਸਚਨ ਕਰਨ ਜਾ ਰਹੇ ਹਾਂ ਉਹ ਹੈਗਾ ਵਾਟ ਡੂ ਯੂ ਮੀਨ ਬਾय ਟ੍ਰਾਂਸਫਰ ਅੰਡਰ ਕੈਪੀਟਲ ਗੇਨ। ਐਕਸਪਲੇਨ ਬਰੀਫਲੀ ਦਾ ਟ੍ਰਾਂਜੈਕਸ਼ਨ ਵਿਚ ਆਰ ਨਾਟ ਰਿਗਾਰਡਡ ਐਜ਼ ਐਨ ਟ੍ਰਾਂਸਫਰ ਅੰਡਰ ਸੈਕਸ਼ਨ 47। ਬੇਟੇ ਕੈਪੀਟਲ ਗੇਨ ਦੇ ਵਿੱਚ ਦੇਖੋ ਮੈਂ ਹੁਣ ਆਪਾਂ ਵਰਡ ਯੂਜ਼ ਕਰਦੇ ਆ ਨਾ, ਮੈਂ ਤੁਹਾਨੂੰ ਕੈਪੀਟਲ ਗੇਨ 54 ਦੀਆਂ ਜਦੋਂ ਵੀ ਐਗਜ਼ਾਮਸ਼ਨਸ ਕਰਾਈਆਂ ਸੀ ਉਹਦੇ 'ਚ ਮੈਂ ਬਾਰ-ਬਾਰ ਵਰਡ ਯੂਜ਼ ਕਰਦਾ ਸੀ ਕੈਪੀਟਲ ਗੇਨ ਔਨ ਟ੍ਰਾਂਸਫਰ ਆਫ ਕੈਪੀਟਲ ਐਸੈਟ। ਟ੍ਰਾਂਸਫਰ ਮਤਲਬ ਆਪਾਂ ਕਿਹਨੂੰ ਸੇਲ ਮੰਨਦੇ ਹਾਂ, ਕਿਹੜੀ ਟ੍ਰਾਂਜੈਕਸ਼ਨ ਨੂੰ ਸੇਲ ਨਹੀਂ ਮੰਨਦੇ। ਮੇਰਾ ਪੁਆਇੰਟ ਫੋਲੋ ਕਰ ਗਏ ਤੁਸੀਂ। ਸੋ ਟ੍ਰਾਂਸਫਰ ਇਹ ਹੁੰਦੀ ਹੈ ਕਿ ਕਿਹਨੂੰ ਟ੍ਰਾਂਸਫਰ ਮੰਨਿਆ ਜਾਂਦਾ। ਹੁਣ ਸਭ ਤੋਂ ਪਹਿਲਾਂ ਟ੍ਰਾਂਸਫਰ ਆਫ ਅ ਕੈਪੀਟਲ ਐਸੈਟ the act contain including the definition of transfer. Accordingly, transfer in relation to a capital asset include the following type of transaction। ਜਦੋਂ ਅਸੀਂ ਟ੍ਰਾਂਜੈਕਸ਼ਨਸ ਦੀ ਗੱਲ ਕਰਦੇ ਹਾਂ ਉਹਦੇ 'ਚ ਆਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਪਹਿਲਾ ਸੇਲ ਆਫ ਐਸੈਟ, ਜਦੋਂ ਤੁਸੀਂ ਐਸੈਟ ਨੂੰ ਸੇਲ ਕਰਦੇ ਹੋ ਉਹਨੂੰ ਟ੍ਰਾਂਸਫਰ ਕਿਹਾ ਜਾਂਦਾ। ਐਕਸਚੇਂਜ ਆਫ ਐਸੈਟ, ਜਦੋਂ ਤੁਸੀਂ ਐਸੈਟ ਰਿਪਲੇਸ ਕਰਦੇ ਹੋ ਉਹਨੂੰ ਟ੍ਰਾਂਸਫਰ ਕਿਹਾ ਜਾਂਦਾ। ਕੰਪਲਸਰੀ ਐਕੁਜ਼ੀਸ਼ਨ ਨੂੰ ਗਵਰਨਮੈਂਟ ਆਫ ਕੋਈ ਵੀ ਗਵਰਨਮੈਂਟ, ਚਾਹੇ ਉਹ ਸਟੇਟ ਗਵਰਨਮੈਂਟ ਆ ਚਾਹੇ ਉਹ ਸੈਂਟਰ ਗਵਰਨਮੈਂਟ ਆ, ਕੰਪਲਸਰੀ ਅਕਵਾਇਰ ਕਰ ਲੈਂਦੀ ਹੈ, ਉਹਨੂੰ ਵੀ ਟ੍ਰਾਂਸਫਰ ਆਫ ਐਸੈਟ ਕਹਿੰਦੇ ਨੇ। ਮੈਚੋਰਿਟੀ ਆਫ ਜ਼ੀਰੋ ਕੂਪਨ ਬੌਂਡ, ਜਦੋਂ ਤੁਹਾਡੇ ਜ਼ੀਰੋ ਕੂਪਨ ਬੌਂਡ ਮੈਚੋਰ ਹੋ ਜਾਂਦੇ ਨੇ ਉਹਨੂੰ ਵੀ ਟ੍ਰਾਂਸਫਰ, ਕਿਉਂਕਿ ਉਦੋਂ ਉਹ ਵਿਕਣੇ ਹੁੰਦੇ ਨੇ, ਤੁਹਾਨੂੰ ਤੁਹਾਡੇ ਪੈਸੇ ਵਾਪਸ ਆ ਜਾਂਦੇ। ਸਮਝ ਆ ਗਈ ਨਾ ਮੇਰੀ ਗੱਲ। ਕਨਵਰਜਨ ਆਫ ਐਸੈਟ ਇਨਟੂ ਦਾ ਸਟਾਕ, ਜਦੋਂ ਤੁਸੀਂ ਆਪਣੇ ਐਸੈਟ ਨੂੰ ਸਟਾਕ 'ਚ ਕਨਵਰਟ ਕਰ ਲੈਂਦੇ ਹੋ ਉਹਨੂੰ ਵੀ ਟ੍ਰਾਂਸਫਰ ਮੰਨਿਆ ਜਾਂਦਾ। ਪਾਰਟ ਪਰਫਾਰਮੈਂਸ ਆਫ ਦਾ ਕੰਟਰੈਕਟ, ਜਦੋਂ ਤੁਸੀਂ ਮਤਲਬ ਕੋਈ ਪ੍ਰਾਪਰਟੀ ਖਰੀਦੀ, ਜਿੱਦਾਂ ਫੋਰ ਐਗਜ਼ਾਮਪਲ ਬੇਟੇ ਕਈ ਵਾਰੀ ਜਿੱਦਾਂ ਤੁਸੀਂ ਉਹਦੇ 'ਚ ਡੀਲ ਕਰਨ ਲੱਗ ਗਏ ਉਸ ਐਸੈਟ 'ਚ, ਜਿਹੜੀ ਪਹਿਲਾਂ ਤੁਹਾਡੀ ਐਸੈਟ ਸੀਗੀ ਲੇਕਿਨ ਹੁਣ ਤੁਸੀਂ ਉਹਨੂੰ ਆਪਣੇ ਸਟਾਕ 'ਚ ਕਨਵਰਟ ਕਰਕੇ ਉਹਨੂੰ ਡੀਲ ਕਰਨ ਲੱਗ ਗਏ, ਤਾਂ ਉਹ ਵੀ ਤੁਹਾਡੀ ਟ੍ਰਾਂਸਫਰ ਹੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਇਹਦੇ ਵਿੱਚ ਕੀ ਆ, ਪਾਰਟ ਪਰਫਾਰਮੈਂਸ ਆਫ ਦਾ ਕੰਟਰੈਕਟ ਕਹਿੰਦਾ ਸਮਟਾਈਮ ਦਾ ਪੋਜੈਸ਼ਨ ਆਫ ਐਨ ਇਮੂਵੇਬਲ ਪ੍ਰਾਪਰਟੀ ਇਜ਼ ਗਿਵਨ ਇਨ ਕੰਸੀਡਰੇਸ਼ਨ ਆਫ ਦਾ ਪਾਸਟ ਪਰਫਾਰਮੈਂਸ ਆਫ। ਕਈ ਵਾਰੀ ਕੀ ਹੁੰਦਾ ਕਿ ਆਪਾਂ ਕਿਸੇ ਨੂੰ ਕੋਈ ਪਰਫਾਰਮੈਂਸ ਕਰਕੇ ਦੇਣੀ ਸੀ, ਕੰਮ ਕਰਕੇ ਦੇਣਾ ਸੀਗਾ, ਉਹਦੇ ਬਦਲੇ ਆਪਾਂ ਉਹਨੂੰ ਪ੍ਰਾਪਰਟੀ ਦਿੱਤੀ ਕਿਉਂਕਿ ਆਪਾਂ ਉਹਦਾ ਕੰਮ ਨਹੀਂ ਕਰ ਪਾਏ, ਕੰਟਰੈਕਟ ਨਹੀਂ ਕਰ ਪਾਏ, ਤਾਂ ਇਹਨੂੰ ਵੀ ਟ੍ਰਾਂਸਫਰ ਮੰਨਿਆ ਜਾਂਦਾ। ਰੀਲਿੰਗੁਇਸ਼ਮੈਂਟ ਆਫ ਦਾ ਕੈਪੀਟਲ ਐਸੈਟ ਕਹਿੰਦਾ ਵੈਨ ਦਾ ਓਨਰ ਆਫ ਦਾ ਪ੍ਰੋਪਰਟੀ surrender his right in the property or withdraw himself from the said property। ਜਦੋਂ ਆਪਣਾ ਕੋਈ ਰਾਈਟ ਛੱਡ ਜੇ ਕਿ ਮੇਰੇ ਪ੍ਰਾਪਰਟੀ ਨਹੀਂ ਹੈਗੀ, ਮੈਂ ਇਹਨੂੰ ਨਹੀਂ ਮੰਨਦਾ ਮੇਰੀ ਪ੍ਰਾਪਰਟੀ, ਮਤਲਬ ਆਪਣੇ ਸਾਰੇ ਰਾਈਟ ਛੱਡ ਜਾਵੇ, ਠੀਕ ਹੈ ਨਾ, ਕਿ ਮੇਰਾ ਰੀਲਿੰਗੁਇਸ਼ਮੈਂਟ ਹੁੰਦਾ ਸੰਬੰਧ ਤੋੜਨਾ, ਪ੍ਰਾਪਰਟੀ ਨਾਲ ਸੰਬੰਧ ਤੋੜ, ਤਾਂ ਉਹ ਪ੍ਰਾਪਰਟੀ ਹੈ ਜਿਹੜੀ ਇੱਕ ਤਰ੍ਹਾਂ ਨਾਲ ਸੇਲ ਮੰਨੀ ਜਾਂਦੀ, ਠੀਕ ਹੈ ਨਾ, ਯਾਨੀ ਕਿ ਟ੍ਰਾਂਸਫਰ ਮੰਨੀ ਜਾਂਦੀ। ਟ੍ਰਾਂਸਫਰ ਆਫ ਇਮੂਵੇਬਲ ਪ੍ਰਾਪਰਟੀ ਥਰੂ ਪਾਵਰ ਆਫ ਅਟਰਨੀ, ਕਈ ਵਾਰੀ ਆਪਾਂ ਕਿਸੇ ਨੂੰ ਪਾਵਰ ਦੇ ਦਿੰਦੇ ਹਾਂ ਕਿ ਭਾਈ ਹੁਣ ਪ੍ਰਾਪਰਟੀ ਦਾ ਜੋ ਵੀ ਇਹਨੇ ਕਰਨਾ ਉਹ ਇਹੀ ਬੰਦਾ ਕਰੂਗਾ। ਪਾਵਰ ਆਫ ਅਟਰਨੀ ਮਤਲਬ ਸਾਰੇ ਰਾਈਟਸ ਦੇ ਦੇ। ਇਹ ਕੇਸਿਸ ਨੇ ਜਿਹਨੂੰ ਟ੍ਰਾਂਸਫਰ ਮੰਨਿਆ ਜਾਂਦਾ, ਕਿ ਇਹਨਾਂ ਸਾਰੇ ਕੇਸਿਸ 'ਚ ਇਹ ਮੰਨਿਆ ਜਾਂਦਾ ਵਾ ਕਿ ਤੁਹਾਡੀ ਪ੍ਰਾਪਰਟੀ ਹੈ ਜਿਹੜੀ ਤੁਹਾਡੀ ਐਸੈਟ ਆ ਉਹ ਟ੍ਰਾਂਸਫਰ ਹੋ, ਜਿਹਦੇ ਤੇ ਕੈਪੀਟਲ ਗੇਨ ਕੱਢਾਂਗੇ। ਸਮਝ ਆ ਗਏ। ਹੁਣ ਕਿਹਨੂੰ ਟ੍ਰਾਂਸਫਰ ਨਹੀਂ ਮੰਨਦੇ। ਟੋਟਲ ਔਰ ਪਾਰਸ਼ਲ ਪਾਰਟੀਸ਼ਨ ਆਫ ਹਿੰਦੂ ਅਨਡਿਵਾਈਡਡ ਫੈਮਿਲੀ ਕਹਿੰਦਾ ਐਨੀ ਡਿਸਟਰੀਬਿਊਸ਼ਨ ਆਫ ਕੈਪੀਟਲ ਐਸੈਟ on the basis of total and distribution of is not considered as a transfer। ਅਗਰ ਆਪਸ 'ਚ ਬਣਦੇ ਪਏ ਨੇ ਪ੍ਰਾਪਰਟੀ ਨੂੰ ਉਹਨੂੰ ਨਹੀਂ ਮੰਨਦੇ। A gift or will or an irrecoverable trust, irrecoverable trust ਮਤਲਬ ਕੋਈ ਵੀ will ਜਾਂ ਗਿਫਟ ਨੂੰ ਟ੍ਰਾਂਸਫਰ ਆਪਾਂ ਨਹੀਂ ਮੰਨਦੇ। ਮੈਂ ਤੁਹਾਨੂੰ ਦੱਸ ਵਿਦਾਊਟ ਕੰਸੀਡਰੇਸ਼ਨ ਆ ਨਾ, ਬਿਨਾਂ ਕੰਸੀਡਰੇਸ਼ਨ ਤਾਂ ਇਸ ਲਈ ਨਹੀਂ ਮੰਨਦੇ। ਇਹ ਗਿਫਟ ਰਿਲੇਟਿਵ ਵੱਲੋਂ ਨਹੀਂ ਹੈਗਾ, ਥਰਡ ਪਾਰਟੀ ਵੱਲੋਂ ਆ, ਮੈਂ ਤਾਂ ਕਹਿ ਰਿਹਾ ਨਹੀਂ ਮੰਨਦੇ। ਤੁਹਾਨੂੰ ਪ੍ਰਾਪਰਟੀ ਤੁਹਾਡੇ ਰਿਲੇਟਿਵਸ ਤੋਂ ਫ੍ਰੀ 'ਚ ਮਿਲ ਸਕਦੀ ਆ, ਲੇਕਿਨ ਆਈ ਐਮ ਟਾਕਿੰਗ ਅਬਾਊਟ ਥਰਡ ਪਾਰਟੀ ਤੋਂ ਜਿਹੜਾ ਤੁਹਾਨੂੰ ਗਿਫਟ ਮਿਲਿਆ ਪ੍ਰਾਪਰਟੀ ਦਾ, ਦੈਟ ਵਿਲ ਨਾਟ ਬੀ ਕੰਸੀਡਰ ਐਜ਼ ਐਨ ਟ੍ਰਾਂਸਫਰ। ਟ੍ਰਾਂਸਫਰ ਮਤਲਬ ਸੇਲ। ਟ੍ਰਾਂਸਫਰ ਆਫ ਕਰੰਟ ਐਸੈਟ ਬਾय ਦ ਹੋਲਡਿੰਗ ਕੰਪਨੀ ਟੂ ਇਟਸ ਹੋਲੀ ਓਨਡ ਇੰਡੀਅਨ ਸਬਸਿਡਰੀ ਕੰਪਨੀ ਵਿਲ ਨਾਟ ਕੰਸੀਡਰ। ਅਗਰ ਕੋਈ ਵੀ ਹੋਲਡਿੰਗ ਕੰਪਨੀ ਆਪਣੇ ਕਰੰਟ ਐਸੈਟ ਟ੍ਰਾਂਸਫਰ ਕਰ ਰਹੀ ਆ ਕਿਹਨੂੰ, ਸਬਸਿਡਰੀ ਨੂੰ, ਪਹਿਲੀ ਗੱਲ ਤਾਂ ਫਿਕਸ ਐਸੈਟ ਨਹੀਂ ਹੁੰਦੇ ਕਰੰਟ ਐਸੈਟ, ਕੈਪੀਟਲ ਐਸੈਟ ਹੋਣੇ ਚਾਹੀਦੇ, ਇਸ ਲਈ ਇਹ ਟ੍ਰਾਂਸਫਰ ਨਹੀਂ ਮੰਨੀ ਜਾਂਦੀ। ਟ੍ਰਾਂਸਫਰ ਆਫ ਕਰੰਟ ਐਸੈਟ ਬਾय ਦ ਸਬਸਿਡਰੀ ਟੂ ਦ ਹੋਲਡਿੰਗ, ਅਗਰ ਸਬਸਿਡਰੀ ਹੋਲਡਿੰਗ ਨੂੰ ਮਤਲਬ ਵਾਈਸ ਵਰਸਾ, ਤਾਂ ਵੀ ਇਹ ਟ੍ਰਾਂਸਫਰ ਆ ਜਿਹੜੀ ਉਹ ਨਹੀਂ ਮੰਨੀ ਜਾਂਦੀ। ਟ੍ਰਾਂਸਫਰ ਆਫ ਕੈਪੀਟਲ ਐਸੈਟ ਬਾय ਦ ਅਮਲਗਾਮੇਟਿੰਗ ਕੰਪਨੀ ਟੂ ਦ ਅਮਲਗਾਮੇਟਡ ਕੰਪਨੀ। ਅਮਲਗਾਮੇਟਿੰਗ ਮਤਲਬ ਜਿਹੜੀ ਨਵੀਂ ਬਣੀ ਆ, ਟ੍ਰਾਂਸਫਰਰ ਅਮਲਗਾਮੇਟਡ ਮਤਲਬ ਜਿਹੜੀ ਖਤਮ ਹੋ ਗਈ। ਅਗਰ ਉਹ ਮਤਲਬ ਇੱਕ ਕੰਪਨੀ ਖਤਮ ਹੋ ਕੇ ਦੂਜੀ ਕੰਪਨੀ ਐਗਜ਼ਿਸਟੈਂਸ 'ਚ ਆਉਂਦੀ ਹੈ, ਤਾਂ ਅਗਰ ਮੇਰੇ ਐਸੈਟ ਉਹ ਕੰਪਨੀ ਨੂੰ ਜਾ ਰਿਹਾ, ਦੈਟ ਇਜ਼ ਨਾਟ ਟ੍ਰਾਂਸਫਰ, ਠੀਕ ਹੈ। ਉਸ ਤੋਂ ਬਾਅਦ ਟ੍ਰਾਂਸਫਰ ਆਫ ਸ਼ੇਅਰ ਬਾय ਦ ਸ਼ੇਅਰ ਹੋਲਡਰ ਇਨ ਐਨ ਸਕੀਮ ਆਫ ਅਮਲਗਾਮੇਸ਼ਨ, ਅਗਰ ਸ਼ੇਅਰ ਹੋਲਡਰਸ ਵੱਲੋਂ ਟ੍ਰਾਂਸਫਰ ਕੀਤੀ ਜਾ ਰਹੀ ਹੈ ਕੋਈ ਐਸੈਟ ਅਮਲਗਾਮੇਸ਼ਨ ਦੇ ਟਾਈਮ ਤੇ, ਉਹ ਵੀ ਟ੍ਰਾਂਸਫਰ ਨਹੀਂ ਮੰਨੀ ਜਾਂਦੀ।
ट्रांसफर ऑफ गवर्नमेंट सिक्योरिटीज आउटसाइड इंडिया बाय ए नॉन रेजिडेंट टू अनदर नॉन रेजिडेंट। इंडिया तो बाहर आ ना, ਤਾਂ ਇਹ ਟ੍ਰਾਂਸਫਰ ਨਹੀਂ ਮੰਨੀ ਜਾਣੀ। ਉਸ ਤੋਂ ਬਾਅਦ ਕਨਵਰਜਨ ਆਫ ਬੌਂਡਸ ਇਨਟੂ ਦਾ ਸ਼ੇਅਰਸ ਐਂਡ ਡਿਬੈਂਚਰ, ਤੁਸੀਂ ਆਪਣੇ ਬੌਂਡਸ ਨੂੰ ਡਿਬੈਂਚਰਸ ਨੂੰ ਸ਼ੇਅਰ 'ਚ ਕਨਵਰਟ ਕਰਤਾ, ਸਟਾਕ 'ਚ ਥੋੜੀ ਨਾ ਕੀਤਾ, ਇਹਨੂੰ ਵੀ ਟ੍ਰਾਂਸਫਰ ਨਹੀਂ ਮੰਨਿਆ ਜਾਣਾ। ਕਨਵਰਜਨ ਆਫ ਪ੍ਰੈਫਰੈਂਸ ਸ਼ੇਅਰ ਇਨਟੂ ਇਕੁਇਟੀ ਸ਼ੇਅਰ ਟ੍ਰਾਂਸਫਰ ਨਹੀਂ ਹੈਗੀ। ਕਨਵਰਜਨ ਆਫ ਕੈਪੀਟਲ ਐਸਰ ਅੰਡਰ ਰਿਵਰਸ ਮੋਰਟਗੇਜ, ਮਤਲਬ ਕੁਝ ਗਿਰਵੀ ਰੱਖਤਾ, ਇਟ ਇਜ਼ ਨਾਟ ਟ੍ਰਾਂਸਫਰ। ਠੀਕ ਹੈ ਨਾ। ਸੋ ਦੀਜ਼ ਆਰ ਦਾ ਪ੍ਰੋਵੀਜ਼ਨ ਕਿ ਜਿਨ੍ਹਾਂ ਨੂੰ ਆਪਾਂ ਟ੍ਰਾਂਸਫਰ ਮੰਨਦੇ ਹਾਂ। ਟ੍ਰਾਂਸਫਰ ਮਤਲਬ ਸੇਲ, ਅ ਸੌਰਟ ਆਫ ਸੇਲ, ਜਿੱਥੇ ਕੈਪੀਟਲ ਗੇਨ ਆਪਾਂ ਕੱਢ ਸਕਦੇ ਹਾਂ। ਬਾਕੀ ਜਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਟ੍ਰਾਂਸਫਰ ਨਹੀਂ ਮੰਨਦੇ। ਇਜ਼ ਇਟ ਕਲੀਅਰ ਟੂ ਯੂ? ਸੋ ਦੀਜ਼ ਆਰ ਦਾ ਪ੍ਰੋਵੀਜ਼ਨ ਰਿਗਾਰਡਿੰਗ